ਕਮਾਇਮਾ ਕਾਲਜ ਸਕੂਲ ਆਫ ਨਰਸਿੰਗ BC ਦੇ ਰਜਿਸਟਰਡ ਹੈਲਥ ਕੇਅਰ ਅਸਿਸਟੈਂਟ ਟ੍ਰੇਨਿੰਗ ਪ੍ਰੋਵਾਈਡਰ ਹਨ। ਇਹਨਾਂ ਕੋਲ ਵਿਦਿਆਰਥੀਆਂ ਨੂੰ ਉੱਚ ਮਿਆਰ ਦੀ ਵਿੱਦਿਆ ਦੇਣ ਲਈ ਵਚਨਬੱਧ ਸਰਟੀਫਾਈਡ ਟੀਚਰਸ ਹਨ। ਰੈਜ਼ੀਡੈਂਟ ਕੇਅਰ ਏਡ, ਹੈਲਥ ਕੇਅਰ ਅਸਿਸਟੈਂਟ, ਲੌਂਗ ਟਰਮ ਕੇਅਰ ਏਡ, ਹੋਮ ਸਪੋਰਟ ਵਰਕਰ, ਇੰਟਰਨੈਸ਼ਨਲੀ ਐਜੂਕੇਟਡ ਨਰਸ ਲਾਇਸੈਂਸ਼ਰ ਪ੍ਰਿਪਰੇਸ਼ਨ, prenatal classes and other nursing workshops। PCTIA ਤੋਂ ਮਾਨਤਾ ਪ੍ਰਾਪਤ ਕਮਾਇਮਾ ਕਾਲਜ ਨੂੰ ਕਾਲ ਕਰੋ 6045935178। ਸੋ ਦੂਸਰੀ ਲਾਮ ਵੀ ਜਦੋਂ ਪੜ੍ਹੀ ਜਾਂਦੀ ਜੀ ਉਸ ਸਮੇਂ ਜਿਸ ਤਰ੍ਹਾਂ ਗਿਆਨੀ ਜੀ ਨੇ ਬ੍ਰੇਕ ਤੋਂ ਪਹਿਲਾਂ ਦੱਸਿਆ ਕਿ ਉਸ ਸਮੇਂ ਲਾਵਾਂ ਜਿਹੜੀਆਂ ਨੇ ਹੋ ਰਹੀਆਂ ਨੇ, ਗ੍ਰੰਥੀ ਸਿੰਘ ਜਿਹੜੇ ਨੇ ਉਹ ਉਸ ਸਮੇਂ ਕੀਰਤਨੀ ਸਿੰਘ ਪੜ੍ਹ ਰਹੇ ਨੇ ਲਾਂ ਨੂੰ, ਤੇ ਲੜਕਾ ਤੇ ਲੜਕੀ ਜੋ ਹੈ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਫੇਰੇ ਲੈ ਕੇ ਆ ਕੇ ਇਕਾਗਰਚਿਤ ਹੋ ਕੇ ਖਲੋ ਜਾਂਦੇ ਨੇ ਗੁਰੂ ਸਾਹਿਬ ਦੇ ਅੱਗੇ ਹੱਥ ਜੋੜ ਕੇ। ਸੋ ਇਸ ਸੰਖੇਪ ਵਿੱਚ ਜੋ ਕੁਝ ਕਿਹਾ ਇਸ ਨੂੰ ਆਓ ਮੁੜ ਤੋਂ ਦੁਹਰਾਉਂਦੇ ਹਾਂ ਤੇ ਫਿਰ ਤੀਸਰੀ ਲਾਂ ਦੇ ਵਿੱਚ ਤੁਹਾਨੂੰ ਸ਼ਾਮਿਲ ਕਰਦੇ ਹਾਂ। ਜੀ ਭਾਈ ਸਾਹਿਬ ਜੀ। ਹਾਂਜੀ, ਮੈਂ ਇੱਕ ਜ਼ਰੂਰ ਬੇਨਤੀ ਕਰਾਂਗਾ ਆਪਣੇ ਸਿੱਖ ਭਰਾਵਾਂ ਨੂੰ ਕਿ ਆਪਣੀ ਬੱਚੀ ਨੂੰ ਜਦੋਂ ਤੁਸੀਂ ਆਨੰਦ ਕਾਰਜ ਵੇਲੇ ਲਿਆਉਂਦੇ ਹੋ ਤੇ ਬੰਦੇ ਦਾ ਤਾਂ ਕੁੜਤਾ ਪਜਾਮਾ ਪਾਇਆ ਹੁੰਦਾ, ਘੁੱਟਵਾਂ ਤਾਂ ਬੜਾ ਟਾਈਟ ਹੁੰਦਾ, ਤੇ ਕੁੜੀ ਨੂੰ ਤੁਸੀਂ ਪਲੀਜ਼ ਉਹਨੂੰ ਕਾਰਟੂਨ ਨਾ ਬਣਾਓ, ਉਹਨੂੰ ਤੁਸੀਂ ਪੰਜਾਬੀ ਡਰੈਸ ਕੁੜਤੇ ਪਜਾਮੇ ਵਾਲਾ ਦੇਵੋ ਤਾਂ ਕਿ ਉਹ ਫਰੀਲੀ ਆਜ਼ਾਦੀ ਦੇ ਨਾਲ ਉਹ ਇਕੱਲੀ ਘੁੰਮ ਸਕੇ। ਕਿਉਂਕਿ ਇਹ ਬੜਾ ਜ਼ਰੂਰੀ ਹੈਗਾ ਕਿ ਐਕਟਿਵ ਡਰੈਸ ਉਸ ਵੇਲੇ ਉੱਥੇ ਹੋਣਾ ਚਾਹੀਦਾ ਹੈ, ਕਿਉਂਕਿ ਬਾਬਾ ਹੋਰ ਪੈਦਾ ਖੁਸ਼ੀ ਖੁਆਰ ਜਿਤ ਪੈਦੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ। ਇੱਕ ਕੁੜੀ ਵਿਚਾਰੀ ਉਹ ਲਹਿੰਗਾ ਫਸ ਗਿਆ, ਡਿੱਗ ਪਈ ਲਾਵਾਂ ਵੇਲੇ ਹਨਾ। ਫਿਰ ਇੱਕ ਬੀਬੀ, ਮੈਂ ਜਦੋਂ ਲਾਵਾਂ ਦਾ ਇੱਕ ਜਗ੍ਹਾ ਕੀਤਾ ਪ੍ਰੋਗਰਾਮ ਤੇ ਉਹ ਕਹਿੰਦੀ ਗਿਆਨੀ ਜੀ ਤੁਹਾਡਾ ਅੱਜ ਜਿਹੜਾ ਸਿਸਟਮ ਸੀ ਮੈਨੂੰ ਬਹੁਤ ਵਧੀਆ ਲੱਗਿਆ, ਮੈਂ ਲਾਵਾਂ ਦੇਖ ਕੇ ਆਨੰਦ ਕਾਰਜ ਦੇਖ ਕੇ ਬੜੀ ਖੁਸ਼ ਹੋਈ। ਕਹਿੰਦੀ ਮੇਰੇ ਨਾਲ ਇਹ ਹਾਲ ਹੋਇਆ ਕਿ ਮੇਰੇ ਫੁੱਲ ਜਿਹੜੇ ਸੀ ਨਾ ਫੜੇ ਹੋਏ ਉਹ ਹੱਥ 'ਚ ਰਹਿ ਗਏ ਤੇ ਪੱਲਾ ਛੁੱਟ ਗਿਆ ਸੀ, ਤੇ ਹੁਣ ਕਹਿੰਦਾ ਮੁੜ ਕੇ ਤਾਂ ਮੈਂ ਪੱਲਾ ਫੜ ਨਹੀਂ ਸਕਦੀ, ਉਹ ਕਿੱਡੀ ਦੂਰ ਚਲਾ ਗਿਆ ਬੰਦਾ। ਸੋ ਇਹ ਹਾਸੋ ਹੀ ਨਾ ਹੁੰਦਾ, ਜਨਾਨੀ ਨੂੰ ਤੁਸੀਂ ਇੰਡੀਪੈਂਡੈਂਟ ਕਰੋ, ਉਹਨੂੰ ਡਿਪੈਂਡੈਂਟ ਨਾ ਬਣਾਓ ਉਸ ਵਕਤ। ਤੇ ਦੂਜੀ ਲਾਵਾਂ ਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਬੇਨਤੀ ਕੀਤੀ, ਪਹਿਲਾ ਹੈਗਾ ਇੰਟਰ, ਸੈਕੰਡ ਹੈਗਾ ਅਟੈਚਮੈਂਟ। ਦੇਖੋ ਵਿਆਹ ਕਰਾ ਕੇ ਸਾਨੂੰ ਸਭ ਤੋਂ ਪਹਿਲੀ ਗੱਲ ਹੈ ਕਿ ਅਟੈਚਮੈਂਟ ਹੋਵੇ ਦੋਨਾਂ ਦੀ, ਪਹਿਲਾਂ ਤਾਂ ਆਪਸ ਵਿੱਚ ਹੀ ਹੋਵੇ ਫਿਰ ਰਿਸ਼ਤੇਦਾਰਾਂ ਨਾਲ ਹੋਵੇ, ਕਿਉਂਕਿ ਇਸ ਤਰ੍ਹਾਂ ਸਮਾਜ ਦੇ ਸਾਡੇ ਬੰਧਨ ਬਣਦੇ ਨੇ, ਜਿਸ ਤਰ੍ਹਾਂ ਆਪਾਂ ਕਹਿੰਦੇ ਫੈਮਿਲੀ ਵੈਲਿਊਜ਼ ਇਹਨੂੰ ਕਹਿੰਦੇ ਨੇ। ਕਿ ਦੂਜੀ ਪ੍ਰਕਰਮ ਵਿੱਚ ਗੁਰੂ ਜੀ ਫਰਮਾਉਂਦੇ ਨੇ ਕਿ ਅਕਾਲ ਪੁਰਖ ਨੇ ਤੁਹਾਡਾ ਆਪਸੀ ਮੇਲ ਕਰਾਉਣ ਵਿੱਚ ਮਦਦ ਕੀਤੀ ਹੈ, ਤੁਹਾਨੂੰ ਪਿਆਰ ਦਾ ਪੈਰ ਰੱਖਣਾ ਚਾਹੀਦਾ ਹੈ ਅਤੇ ਇੱਕ ਦੂਜੇ ਦਾ ਸਨਮਾਨ ਕਰਦੇ ਹੋਏ ਆਪਣੇ ਮਾਪਿਆਂ ਦਾ, ਆਪਣੇ ਸਮਾਜ ਦਾ, ਪਰਿਵਾਰ ਦਾ, ਸਮੂਹ ਸੰਸਾਰ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ। ਆਪਣੇ ਮਨ ਦੇ ਹੰਕਾਰ ਤੋਂ ਛੁਟਕਾਰਾ ਪਾਓ, ਕਿਉਂਕਿ ਇਹੀ ਸਮੂਹ ਪਾਪਾਂ, ਬੁਰਾਈਆਂ ਅਤੇ ਗਲਤੀਆਂ ਦੀ ਜੜ ਹੈ। ਹਮੇਸ਼ਾ ਧਿਆਨ ਰੱਖੋ ਕਿ ਰੱਬ ਸਾਰੇ ਪ੍ਰਾਣੀਆਂ ਦੇ ਦਿਲ ਵਿੱਚ ਵਸਦਾ ਹੈ, ਉਹ ਸਰਵ ਵਿਆਪਕ ਹੈ। ਇਹ ਸਾਡਾ ਦੂਜੀ ਲਾਮ ਦਾ ਇੱਕ ਹਿੱਸਾ ਮੈਂ ਤੁਹਾਨੂੰ ਬਰੀਫ ਦੱਸਿਆ। ਔਰ ਫਿਰ ਬੱਚੇ ਨੇ ਦੂਸਰੀ ਲਾਮ ਤੋਂ ਬਾਅਦ ਆ ਕੇ ਮੱਥਾ ਟੇਕ ਕੇ ਖੜੇ ਹੋ ਜਾਣਾ। ਤੇ ਇੱਕ ਤਾਂ ਇਹ ਕੰਫਰਟੇਬਲ ਬੜਾ, ਇਹ ਲੋਕੀ ਪੁੱਛਣਗੇ ਇਹ ਹੁਣ ਕਿਉਂ ਹੋ ਗਿਆ, ਅੱਗੇ ਤਾਂ ਕਦੀ ਹੋਇਆ ਨਹੀਂ ਸੀ। ਦੇਖੋ ਭਾਈ ਸਾਹਿਬ, ਜਿਹੜਾ ਆਨੰਦ ਕਾਰਜ ਦੀ ਰਸਮ ਹੈ, ਥੋੜੀ ਜਿਹੀ ਮੈਂ ਪਿਛੋਕੜ ਵੀ ਦੱਸ ਦਿੰਦਾ। ਜਦੋਂ ਆਨੰਦ ਮੈਰਿਜ ਐਕਟ ਬਣਿਆ ਔਰ ਪਹਿਲਾ ਆਨੰਦ ਕਾਰਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਹੋਇਆ, ਉਹ 1857 ਵਿੱਚ 1866 ਵਿੱਚ ਹੋਇਆ। ਔਰ ਉਹਨੂੰ ਨਿਰੰਕਾਰੀ ਮੂਵਮੈਂਟ ਦੇ ਜਿਹੜੇ ਬਾਬਾ ਦਰਬਾਰਾ ਸਿੰਘ ਸੀਗੇ, ਉਹਨਾਂ ਨੇ ਪਹਿਲਾ ਆਨੰਦ ਕਾਰਜ ਗੁਰਮਤ ਅਨੁਸਾਰ ਕਰਨ ਵਾਸਤੇ ਉਚੇਚਾ ਪ੍ਰੋਗਰਾਮ ਬਣਾਇਆ। ਅਕਾਲ ਤਖਤ ਉੱਤੇ ਮਹੰਤਾਂ ਦਾ ਕਬਜ਼ਾ ਸੀ, ਉਹਨਾਂ ਨੇ ਉੱਥੇ ਕਰ ਨਹੀਂ ਦਿੱਤਾ। ਤੁਹਾਨੂੰ ਪਤਾ ਦਰਬਾਰ ਸਾਹਿਬ ਵਿੱਚ ਮੂਰਤੀਆਂ ਸੀ, ਸਾਰਾ ਹਿੰਦੂ ਬ੍ਰਾਹਮਣਵਾਦ ਦਾ ਚੱਲਦਾ ਸੀ ਕੰਮ। ਤੇ ਉਹਨਾਂ ਨੇ ਫਿਰ ਜਾ ਕੇ ਭਾਈ ਚਤਰ ਸਿੰਘ, ਭਾਈ ਜੀਵਨ ਸਿੰਘ, ਇਹਨਾਂ ਦੇ ਘਰ ਜਾ ਕੇ ਪਹਿਲਾ ਆਨੰਦ ਕਾਰਜ ਪੜਿਆ ਔਰ ਇਹਦਾ ਖੜੇ ਕਰਕੇ ਨੰਗੇ ਮੂੰਹ। ਔਰ ਫਿਰ ਮਾਰਚ ਦੇ ਮਹੀਨੇ ਵਿਆਹ ਕੀਤਾ। ਜਦੋਂ ਲੋਕੀ ਮਾਰਚ ਦੇ ਮਹੀਨੇ ਜਦੋਂ ਨਰਾਤੇ ਹੁੰਦੇ ਉਦੋਂ ਵਿਆਹ ਨਹੀਂ ਕਰਦੇ, ਉਦੋਂ ਉਹਨਾਂ ਨੇ ਵਿਆਹ ਕੀਤਾ ਔਰ ਸੰਗਤ ਵਿੱਚੋਂ ਹੀ ਜੋੜੇ ਨੂੰ ਖੜਾ ਕੀਤਾ ਵੀ ਕੌਣ ਆਪਣੀ ਕੁੜੀ ਦੇਵੇਗਾ। ਔਰ ਕੁੜੀ ਵੀ ਉੱਥੋਂ ਹੀ ਖੜੀ ਕਰ ਲਈ, ਮੁੰਡਾ ਵੀ ਉੱਥੋਂ ਕਰ ਲਿਆ, ਤੇ ਪਹਿਲੀ ਲਾਮ ਉਹਨਾਂ ਨੇ ਕਰਕੇ ਦਿਖਾ ਲਈ ਕਿ ਇੱਦਾਂ ਹੋਣਾ ਚਾਹੀਦਾ। ਹੁਣ ਇਹਦੀ ਵਿਰੋਧਤਾ ਹੋਈ। ਪਹਿਲੇ ਤਾਂ ਉੱਥੇ ਜਿਹੜੇ ਮਹੰਤ ਸੀਗੇ ਅਕਾਲ ਤਖਤ ਦੇ, ਉਹਨਾਂ ਨੇ ਹੁਕਮਨਾਮੇ ਜਾਰੀ ਕਰ ਦਿੱਤੇ ਕਿ ਇਹ ਵਿਆਹ ਜਿਹੜਾ ਮਨਜ਼ੂਰ ਨਹੀਂ ਸਾਡੇ ਧਰਮ 'ਚ। ਨੰਬਰ 1। ਦੂਜੀ ਗੱਲ ਹੈ ਕਿ ਬ੍ਰਾਹਮਣਵਾਦ ਨੇ ਸੋਚਿਆ, ਜਿੱਦਾਂ ਜਨੇਊ ਦੀ ਗੱਲ ਹੋਈ ਸੀ, ਇੱਦਾਂ ਜਦੋਂ ਇਹ ਹੋਇਆ ਉੱਥੇ ਹਲਚਲ ਮੱਚ ਗਈ ਕਾਂਸ਼ੀ ਤੱਕ, ਸਾਡਾ ਤਾਂ ਕੰਮ ਗਿਆ ਆ। ਉਹਨਾਂ ਨੇ ਫਿਰ ਅਖਬਾਰ ਤੁਸੀਂ ਪੜ੍ਹ ਕੇ ਦੇਖੋ ਉਸ ਵੇਲੇ ਦੀ, ਅਖਬਾਰ 'ਚ ਲਿਖਿਆ ਕਿ ਜਿਹੜੀ ਔਲਾਦ ਆਨੰਦ ਕਾਰਜ ਰਾਹੀਂ ਪੈਦਾ ਹੋਏਗੀ ਉਹ ਹਰਾਮ ਦੀ ਹੋਏਗੀ। ਤੀਜੀ ਗੱਲ ਇੱਕ ਹੋਰ ਹੋਈ ਕਿ ਜਿਹੜਾ ਆਨੰਦ ਕਾਰਜ ਕਰਕੇ ਕੋਈ ਪਰਿਵਾਰ ਆਉਂਦਾ ਸੀ ਉਹਦਾ ਪ੍ਰਸ਼ਾਦ ਅਕਾਲ ਤਖਤ ਨਹੀਂ ਸੀ ਚੜ੍ਹਦਾ। ਅੱਛਾ ਜੀ, ਕਿਉਂਕਿ ਬੇਦੀਆਂ ਨਾਲ ਲਾਵਾਂ ਨਹੀਂ ਸੀ ਹੋਈਆਂ।
ਫਿਰ ਚੌਥੀ ਗੱਲ, ਜਿਹੜਾ ਆਨੰਦ ਕਾਰਜ ਕਰਨ ਦੀ ਰਸਮ ਪਿੰਡ 'ਚ ਕਰਦਾ ਸੀ ਉਹਨੂੰ ਪਿੰਡ ਦੇ ਸਿੱਖ ਲੋਕ ਉਹਨੂੰ ਥਾਂ ਨਹੀਂ ਸੀ ਦਿੰਦੇ। ਓਕੇ, ਉਹਨਾਂ ਦਾ ਐਕਸ ਕਮਿਊਨੀਕੇਟ ਕਰ ਦਿੰਦੇ ਸੀ। ਅੱਛਾ ਜੀ। ਔਰ ਇਹਨਾਂ ਹਾਲਾਤਾਂ ਦੇ ਵਿੱਚ ਭਾਈ ਗਿਆਨੀ ਦਿੱਤ ਸਿੰਘ ਹੋਰਾਂ ਨੇ ਜੋ ਉਸ ਵੇਲੇ ਅਖਬਾਰ ਵਿੱਚ ਬੜਾ ਵੱਡਾ ਪ੍ਰਚਾਰ ਕੀਤਾ। ਮੈਂ ਤਾਂ ਕਹਿੰਦਾ ਗਿਆਨੀ ਦਿੱਤ ਸਿੰਘ ਇੱਕ ਬੜਾ ਬਹਾਦਰ ਯੋਧਾ ਉਸ ਵਕਤ ਹੋਇਆ, ਜਿਹੜਾ ਕਿ ਛੋਟੀ ਜਾਤ ਦੇ ਵਿੱਚ ਪੈਦਾ ਹੋ ਕੇ, ਜਿਹਨੂੰ ਅਖੌਤੀ ਛੋਟੀ ਜਾਤ ਕਹਿੰਦੇ ਨੇ, ਉਹ ਕਹਿੰਦੇ ਤੂੰ ਪ੍ਰਚਾਰਕ ਤਾਂ ਬਹੁਤ ਗੁੱਡ ਹੈਗਾ ਪਰ ਤੂੰ ਪ੍ਰਸ਼ਾਦ ਨਹੀਂ ਲੈ ਸਕਦਾ ਸਾਡੇ ਵਿੱਚ, ਜੁੱਤੀਆਂ 'ਚ ਬੈਠ ਕੇ ਪ੍ਰਸ਼ਾਦ ਲੈ। ਔਰ ਜੁੱਤੀਆਂ 'ਚ ਬੈਠ ਕੇ ਪ੍ਰਸ਼ਾਦ ਲੈਂਦਾ ਸੀ, ਲੇਕਿਨ ਉਹਨੇ ਫਿਰ ਵੀ ਪ੍ਰਵਾਹ ਨਹੀਂ ਕੀਤੀ, ਉਹ ਸੂਰਮਾ ਨਿਕਲਿਆ। ਅੱਜ ਜਿਹੜੇ ਅਸੀਂ ਉੱਚੀ ਜਾਤ ਵਾਲੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਜੱਟ ਹੈਗੇ ਆ, ਅਸੀਂ ਫਲਾਣੇ ਹੈਗੇ ਆ, ਜਰਾ ਉਹ ਧਿਆਨ ਨਾਲ ਸੋਚਣ ਕਿ ਉਸ ਬੰਦੇ ਨੇ ਇੱਕ ਅਖੌਤੀ ਛੋਟੀ ਜਾਤ ਹੋਣ ਦੇ ਬਾਵਜੂਦ ਵੀ ਉਹਨੇ ਇੱਕ ਉਹ ਕਰਮ ਕਰਕੇ ਦਿਖਾ ਲਿਆ, ਸਿੰਘ ਸਭਾ ਲਹਿਰ ਦੇ ਨਾਲ ਸਾਨੂੰ ਖਾਲਸਾ ਕਾਲਜ ਬਣਾ ਕੇ ਦਿਖਾ ਦਿੱਤਾ। ਇਹ ਇੱਕ ਬੜੀ ਵੱਡੀ ਬੜਾ ਵੱਡਾ ਪ੍ਰਾਪਤੀ ਸੀ। ਸੋ ਮੈਂ ਤਾਂ ਤੁਹਾਨੂੰ ਬੇਨਤੀ ਕਰਾਂ ਕਿ ਆਨੰਦ ਕਾਰਜ ਦੇ ਵਿੱਚ ਜਦੋਂ ਇਹ ਸ਼ੁਰੂ ਹੋਇਆ ਸੀ ਸਾਡੇ ਵੇਲੇ ਜੀ, ਉਸ ਵੇਲੇ ਰਿਵਾਜ ਸੀ ਕਿ ਜਿਹੜੀ ਕੁੜੀ ਬੈਠੇ ਉਹਦਾ ਮੂੰਹ ਨਹੀਂ ਨੰਗਾ ਕਰਨਾ, ਕਿਉਂਕਿ ਇਹ ਜਿਹੜੀ ਹਿੰਦੂਆਂ ਵੀਰਾਂ ਦੇ ਘਰ ਵਿਆਹ ਹੁੰਦੇ ਸੀ ਉਹ ਵੀ ਮੂੰਹ ਨਹੀਂ ਸੀ ਨੰਗਾ ਕਰਦੇ, ਕਿਉਂਕਿ ਜਿਹੜੀ ਹਕੂਮਤ ਸੀ ਮੁਗਲਾਂ ਦੀ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਸੋਹਣੀ ਕੁੜੀ ਆ ਤੇ ਉਹ ਦੂਏ ਦਿਨ ਚੁੱਕਲ ਜਾਂਦੇ ਸੀਗੇ। ਤੇ ਸਾਡੇ ਸਿੱਖ ਭਾਈਚਾਰੇ ਨੇ ਵੀ ਉਹੀ ਅਡਾਪਟ ਕੀਤਾ, ਕਿਉਂਕਿ ਸਾਡਾ ਧਰਮ ਜਿਹੜਾ ਗ੍ਰੈਟੀਫਿਕੇਸ਼ਨ ਦਾ ਹੈਗਾ, ਸਾਇੰਸ ਆਫ ਗ੍ਰੈਟੀਫਿਕੇਸ਼ਨ। ਤੇ ਉਹ ਜਿਹੜੇ ਇਦਾਂ ਕਰਨ ਕਰਕੇ ਕਿੰਨੇ ਕਿੰਨੇ ਕਲੀਰੇ ਬਣਦੇ ਨੇ, ਕਿੰਨਾ 2-2 10-10 20-20 ਕਿਲੋ ਭਾਰ ਬੰਨਿਆ ਹੁੰਦਾ ਸੀਗਾ ਔਰਤਾਂ ਦੇ, ਤੇ ਉਹਨਾਂ ਦੇ ਨੱਥ ਪਾਈ ਹੁੰਦੀ ਸੀਗੀ। ਉਹ ਵੀ ਫਿਰ ਕਿਤੇ ਤੁਹਾਨੂੰ ਦੱਸਾਂਗੇ ਕਿ ਗਹਿਣਿਆਂ ਨੇ ਸਾਡਾ ਕਿੰਨਾ ਬੁਰਾ ਹਾਲ ਕੀਤਾ। ਸੋ ਖੈਰ ਉਹਦੇ ਉੱਤੇ ਕੱਪੜਾ ਪਾਇਆ, ਝੁੱਲ ਪਾਇਆ ਹੁੰਦਾ ਸੀ, ਉਹਦਾ ਮੂੰਹ ਨਹੀਂ ਸੀ ਕੱਢਦੇ ਬਾਹਰ। ਹੁਣ ਉਹ ਤਾਂ ਨਹੀਂ ਸੀ ਕਰਦੇ ਔਰ ਤਾਂ ਉਹ ਇਸ ਤਰ੍ਹਾਂ ਪ੍ਰਕਰਮਾਂ ਨਹੀਂ ਸੀ ਕਰਦੇ ਜਾਂ ਉਹਨਾਂ ਨੂੰ ਫੜਦੇ ਸੀ, ਕਿਉਂਕਿ ਉਹ ਨੰਗਾ ਮੂੰਹ ਨਹੀਂ ਸੀ ਉਹਨਾਂ ਦਾ। ਇਹ ਜਿਹੜਾ ਨੰਗਾ ਮੂੰਹ ਦਾ ਅਸਲੀ ਕੰਮ ਸ਼ੁਰੂ ਹੋਇਆ ਵੈਸਟਰਨ ਕੰਟਰੀ 'ਚ ਹੋਇਆ। ਇੱਥੇ ਅਮਰੀਕਾ ਜਦੋਂ ਮੈਂ ਇੱਥੇ ਆਇਆ ਸੀ ਨਾ, ਮੈਂ ਦੇਖ ਕੇ ਹੈਰਾਨ ਹੋ ਗਿਆ ਕਿ ਇੱਥੇ ਕਰਦੇ ਆ। ਸੋ ਮੇਰਾ ਕਹਿਣ ਦਾ ਭਾਵ ਇਹ ਹੈਗਾ ਕਿ ਇਸ ਵੇਲੇ ਸਾਨੂੰ ਬਿਲਕੁਲ ਇਹ ਸੋਚਣਾ ਚਾਹੀਦਾ ਕਿ ਅਸੀਂ ਬਿਲਕੁਲ ਉਸ ਕੁੜੀ ਨੂੰ ਉਹ ਬਰਾਬਰ ਦਾ ਥਾਂ ਦਈਏ ਜਿਹੋ ਜਿਹਾ ਉਹਦੇ ਆਦਮੀ ਨੂੰ ਮਿਲਿਆ। ਸੋ ਤੀਜੜੀ ਲਾਮ ਜਿਹੜੀ ਆ ਉਹਨਾਂ ਨੇ ਸੁਣਨੀ ਹੈ, ਸੁਣ ਕੇ ਉਹਦੇ ਵਿੱਚ ਉਹਨਾਂ ਨੇ ਫੋਕਸ ਕਰਨਾ ਔਰ ਸੁਣਨ ਵੇਲੇ ਪਰ ਧਿਆਨ ਪੂਰਾ ਦੇਣਾ। ਮੈਂ ਫਿਰ ਬੇਨਤੀ ਕੀਤੀ ਸੀ ਕਿ ਉਹਨਾਂ ਨੂੰ ਆਉਣੀ ਚਾਹੀਦੀ ਜ਼ਬਾਨੀ ਹੈ। ਸੋ ਹਰ ਤੀਜੜੀ ਲਾਮ ਮਨ ਚਾਉ ਪਿਆ ਬੈਰਾਗੀਆ ਬਲਰਾਮ ਚੀਓ, ਜਿਹੜੇ ਪਹਿਲੇ 2 ਸਟੈਪ ਸੀ ਨਾ, ਜਿਨ੍ਹਾਂ ਨੇ ਕੰਪਲੀਟ ਕਰ ਲਈ ਆਪਣੀ ਸਟੇਜ, ਤੇ ਉਹਨਾਂ ਦੇ ਅੰਦਰ ਕੀ ਆਵੇਗਾ? ਉਹਨਾਂ ਦੇ ਅੰਦਰ ਬੈਰਾਗ ਆਵੇਗਾ। ਦੇਖੋ, ਬੈਰਾਗ ਤੋਂ ਬਗੈਰ ਤਿਆਗ ਨਹੀਂ, ਤਿਆਗ ਦੀ ਭਾਵਨਾ ਨਹੀਂ ਆਏਗੀ। ਔਰ ਅੱਜ ਸਿੱਖ ਵੈਰਾਗੀ ਨਾ ਹੋਣ ਕਰਕੇ ਤਿਆਗੀ ਵੀ ਹੈ ਨਹੀਂ। ਤਾਂ ਸਿੱਖ ਜਿਹੜਾ ਤਿਆਗੀ ਹੋਣਾ ਚਾਹੀਦਾ, ਵਿੱਚ ਸਭ ਕੁਝ ਹੁੰਦਿਆ ਹੋਇਆ ਵੀ ਉਹ ਤਿਆਗੀ ਰਹੇ। ਨਿਰਲੇਪ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਸੋ ਹਰ ਤੀਜੜੀ ਲਾਮ ਮਨ ਚਾਉ ਪਿਆ, ਮਨ 'ਚ ਇੰਨੀ ਖੁਸ਼ੀ ਹੋ ਗਈ ਕਿ ਮੇਰੇ ਅੰਦਰ ਵੈਰਾਗ ਤੇ ਤਿਆਗ ਦੀ ਦੋਨੇ ਭਾਵਨਾ ਪੈਦਾ ਹੋ ਗਈਆਂ। ਬਲਰਾਮ ਜੀ ਉਹ ਕਹਿੰਦੇ ਨੇ ਵਿਆਹ ਰਸਮ ਦੇ ਤੀਸਰੇ ਗੇੜ ਵਿੱਚ ਮਨ ਦੇਵੀ ਰੱਬੀ ਪਿਆਰ ਨਾਲ ਭਰਪੂਰ ਹੋ ਜਾਂਦਾ ਹੈ। ਔਰ ਦੂਜੀ ਗੱਲ, ਸੰਤ ਜਨਾ ਹਰ ਮੇਲ ਹਰ ਪਾਇਆ, ਵਡਭਾਗੀਆ ਬਲਰਾਮ ਜੀਓ। ਮਾਲਕ ਦੇ ਸਿਮਰ ਸੰਤਾਂ ਨਾਲ ਮਿਲਦਿਆਂ, ਗੁਰਮੁਖਾਂ ਨਾਲ ਮਿਲਦਿਆਂ ਮੈਂ ਵੱਡੀ ਚੰਗੀ ਕਿਸਮਤ ਨਾਲ ਮਾਲਕ ਨੂੰ ਲੱਭ ਰਿਹਾ। ਦੇਖੋ, ਗੁਰਮੁਖਾਂ ਦਾ ਮੇਲ ਹੋਣਾ ਵਿਆਹ ਤੋਂ ਬਾਅਦ ਬੜੀ ਚੰਗੀ ਗੱਲ ਹੈਗੀ। ਜੇ ਤੁਹਾਡਾ ਗੁਰਮੁਖਾਂ ਨਾਲ ਮੇਲ ਸਾਡਾ ਕੀ ਹੁੰਦਾ, ਵਿਆਹ ਤੋਂ ਬਾਅਦ ਸ਼ਰਾਬੀਆਂ ਨਾਲ ਮੇਲ ਹੋ ਜਾਂਦਾ। ਔਰ ਸ਼ਰਾਬੀ ਉੱਥੇ ਆ ਕੇ ਇੱਥੋਂ ਤੱਕ ਕਹਿੰਦੇ ਆ ਨੱਚੋ, ਉਹ ਨੱਚਣ ਲੱਗ ਪੈਂਦੇ ਆ। ਔਰ ਇੱਥੇ ਤੱਕ ਬੁਰਾ ਹਾਲ ਹੋ ਗਿਆ ਕਿ ਇੱਕ ਕੁੜੀ ਨੂੰ ਕਿਹਾ ਕਿ ਤੁਸੀਂ ਨੱਚੋ, ਕੁੜੀ ਦੀ ਮਾਂ ਵੀ ਉੱਥੇ ਆ, ਪਿਓ ਵੀ ਉੱਥੇ ਆ, ਭੈਣ ਵੀ ਉੱਥੇ ਆ, ਭਰਾ ਵੀ ਉੱਥੇ ਆ। ਇੱਥੇ ਨਿਊਯਾਰਕ ਵਿੱਚ ਉਹਨੂੰ ਮਜਬੂਰ ਕੀਤਾ ਕਿ ਤੂੰ ਨੱਚ। ਉਹ ਕਹਿੰਦੀ ਮੈਂ ਨਹੀਂ ਨੱਚਣਾ, ਮੇਰੇ ਭਰਾ ਇੱਥੇ ਭਰਾ ਬੈਠੇ ਆ। ਉਹਨਾਂ ਨੇ ਉਸ ਲੜਕੀ ਨੂੰ ਜ਼ਬਰਦਸਤੀ ਉੱਤੋਂ ਖਿੱਚ ਕੇ ਥੱਲੇ ਲੈ ਆਂਦਾ। ਜਦੋਂ ਥੱਲੇ ਲੈ ਆਂਦਾ ਤੇ ਉਹਨੂੰ ਚੁੱਕ ਲਿਆ, ਜਿਹੜੇ ਨਾਲ ਦੇ ਸਾਥੀ ਸੀ। ਉੱਥੇ ਰੌਲਾ ਪੈ ਗਿਆ, ਕੁੜੀ ਵਾਲਿਆਂ ਨੇ ਰੌਲਾ ਪਾਤਾ, ਉਹ ਸਾਰੀ ਪਾਰਟੀ ਉਸੇ ਵੇਲੇ ਬੰਦ ਹੋ ਗਈ, ਸੁੰਨਮਸਾਨ ਹੋ ਗਈ। ਇਸੇ ਤਰੀਕੇ ਨਾਲ ਇੰਡੀਆ ਦੇ ਵਿੱਚ ਇੱਕ ਕੁੜੀ ਨੂੰ ਉਹਨਾਂ ਨੇ ਕੱਪੜੇ ਪਾੜ ਦਿੱਤੇ ਸ਼ਰਾਬੀਆਂ ਨੇ ਕੁੜੀ ਦੇ, ਔਰ ਕੁੜੀ ਨੇ ਉੱਥੇ ਵਿਆਹ ਹੋਏ ਤੇ ਬਾਅਦ ਜਵਾਬ ਦੇ ਦਿੱਤਾ। ਮਤਲਬ ਇਹੀ ਬਿਲਕੁਲ ਤੁਸੀਂ ਸਹੀ ਫਰਮਾਇਆ ਕਿ ਇਹ ਚੀਜ਼ਾਂ ਇੱਥੇ ਵੀ ਇਹਨਾਂ ਮੁਲਕਾਂ 'ਚ ਵੀ ਆ ਗਈਆਂ ਕਿ ਪੰਜਾਬ ਵਿੱਚ ਤਾਂ ਹੁਣ ਅਸੀਂ ਇਹ ਸ਼ਰਾਬ ਦੇ ਨਾਲ ਜਿਹੜਾ ਗਾਣ ਪੀਣ ਦਾ ਇਹ ਸਿਸਟਮ ਚੱਲ ਗਿਆ, ਇੱਥੇ ਵੀ ਕੋਈ ਘੱਟ ਨਹੀਂ ਹੋ ਰਿਹਾ। ਇੱਥੇ ਵੀ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਬੈਲੀ ਡਾਂਸਿੰਗ ਜਾਂ ਹੋਰ ਚੀਜ਼ਾਂ ਜਿਹੜੀਆਂ ਨੇ ਉਹ ਇਹ ਰਿਸੈਪਸ਼ਨਾਂ 'ਤੇ ਹੋ ਰਹੀਆਂ ਨੇ, ਅਤੇ ਉੱਥੇ ਜੋ ਕੁਝ ਹਰਕਤਾਂ ਹੁੰਦੀਆਂ ਨੇ ਉਹ ਕੋਈ ਗੁਰਮਤਿ ਅਨੁਕੂਲ ਨਜ਼ਰ ਨਹੀਂ ਆਉਂਦਾ ਕਿ ਇਹੀ ਲੋਕ ਸਵੇਰੇ ਗੁਰਦੁਆਰੇ ਸਾਹਿਬ ਵਿੱਚ ਬੈਠ ਕੇ ਆਨੰਦ ਕਾਰਜ ਜੋ ਹੈ ਉਸ ਨੂੰ ਕਰਕੇ ਆਏ ਨੇ, ਅਤੇ ਸ਼ਾਮ ਨੂੰ ਕੀ ਹਰਕਤਾਂ ਕਰ ਰਹੇ। ਹੁਣ ਜਿਹੜਾ ਡੀਜੇ ਵੱਜਦਾ
ਹੁਣ ਡੀਜੇ ਵੱਜਣ ਦੇ ਵਿੱਚ ਤੁਸੀਂ ਵਿਆਹ ਵਿੱਚ ਸ਼ਾਮਲ ਹੋ ਕੇ ਤੁਸੀਂ ਇੱਕ ਦੂਜੇ ਨਾਲ ਗੱਲ ਵੀ ਨਹੀਂ ਕਰ ਸਕਦੇ, ਸੁੱਖ ਵੀ ਨਹੀਂ ਪੁੱਛ ਸਕਦੇ ਜੀ। ਹੁਣ ਡੀਜੇ ਦੀ ਜਿਹੜੀ ਫ੍ਰੀਕੁਐਂਸੀ ਆ ਆਵਾਜ਼ ਦੀ, ਉਹ ਤੁਹਾਡੇ ਕੰਨ ਪਾੜਦੀ ਹੈ ਜੀ। ਔਰ ਯਾਦ ਰੱਖੋ ਇਸ ਫ੍ਰੀਕੁਐਂਸੀ ਨੇ ਡੀਜੇ ਨੇ ਇੰਡੀਆ ਦੀਆਂ ਸ਼ਹਿਦ ਦੀਆਂ ਮੱਖੀਆਂ ਮਾਰ ਦਿੱਤੀਆਂ ਵਾਈਬ੍ਰੇਸ਼ਨ ਨਾਲ। ਰਾਈਟ। ਔਰ ਇੰਡੀਆ ਵਿੱਚ ਚਿੜੀਆਂ ਵੀ ਮਰ ਗਈਆਂ ਔਰ ਹੋਰ ਕਈ ਪਸ਼ੂ ਪੰਛੀ ਮਰ ਨੇ। ਦੈਟਸ ਕਾਲਡ ਅਸੀਂ ਕਹਿੰਦੇ ਸਾਊਂਡ ਪੋਲੂਸ਼ਨ। ਰਾਈਟ। ਤੇ ਸਾਡੇ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ, ਅਸੀਂ ਬੋਲੇ ਹੋ ਜਾਵਾਂਗੇ ਔਰ ਹੋ ਰਹੇ ਨੇ ਬੋਲੇ। ਔਰ ਇਸ ਕਰਕੇ ਆਪਾਂ ਇੱਥੇ ਜ਼ੋਰ ਜ਼ਿਆਦਾ ਲਾਓ, ਨਿਰਮਲ ਹਰ ਪਾਇਆ ਜੀ, ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ। ਮੈਂ ਬੇਦਾਗ ਅਕਾਲ ਪੁਰਖ ਨੂੰ ਲੱਭ ਲਿਆ ਤੇ ਮੈਂ ਮਾਲਕ ਦੀਆਂ ਸ਼ਾਨਦਾਰ ਉਸਤਤਾਂ ਗਾਉਂਦਾ ਹਾਂ। ਮੈਂ ਮਾਲਕ ਦੀ ਬਾਣੀ ਦਾ ਸ਼ਬਦ ਬੋਲਦਾ ਹਾਂ। ਦੋਨੋਂ ਜਣੇ ਠੀਕ ਉਸ ਸ਼ਬਦ ਨੂੰ ਪੜ੍ਹ ਕੇ ਸ਼ਬਦ ਨਾਲ ਭੇਤ ਹੋ ਜਾਣ, ਜੀਵਨ ਬਦਲ ਜਾਏਗਾ ਜੀ। ਫਿਰ ਆਪਾਂ ਇਹ ਵੀ ਦੇਖਣਾ ਹੈਗਾ, ਸੰਤ ਜਨਾ ਵਡਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ। ਗੁਰਮੁਖਾਂ ਦੀ ਸੰਗਤ, ਮੈਂ ਕਿਤੇ ਹੋਰ ਅਰਜ਼ ਕਰਦਾ, ਗੁਰਬਾਣੀ ਵਿੱਚ ਬੜਾ ਸੋਹਣਾ ਲਿਖਿਆ। ਉਹ ਕਹਿੰਦੇ ਨੇ ਗੁਰਮੁਖ ਸਿਉ ਕਰ ਦੋਸਤੀ ਸਤਿਗੁਰ ਸਿਉ ਲਾਏ ਚਿੱਤ। ਫਰਕ ਹੈ ਨਾ, ਦੋਸਤੀ ਦੇ ਚਿੱਤ 'ਚ ਫਰਕ ਹੈ। ਚਿੱਤ ਸਤਿਗੁਰ ਨਾਲ ਲਾਉਣਾ, ਦੋਸਤ ਨਾਲ ਨਹੀਂ ਲਾਉਣਾ। ਗੁਰਮੁਖ ਨਾਲ ਚਿੱਤ ਨਹੀਂ ਲਾਉਣਾ ਜੀ। ਗੁਰਮੁਖ ਸਿਉ ਕਰ ਦੋਸਤੀ ਸਤਿਗੁਰ ਸਿਉ ਲਾਏ ਚਿੱਤ, ਮਨਮੁਖ ਸਿਉ ਕਰ ਦੋਸਤੀ ਸੁਖ ਕੇ ਪੁੱਛੇ ਮਿੱਤ। ਠੀਕ। ਮਨਮੁਖ ਨਾਲ ਦੋਸਤੀ ਹੋ ਗਈ, ਮਤ ਖਿਆਲ ਕਰੇ ਸਾਨੂੰ ਸੁੱਖ ਮਿਲੇਗਾ। ਇਸ ਕਰਕੇ ਸੰਤਾਂ ਦੀ, ਗੁਰਮੁਖਾਂ ਦੀ ਵੱਡੇ ਸੁਭਾਗ ਨਾਲ ਮੈਂ ਸਿਮਰਤ ਸੰਤਾਂ ਨੂੰ ਲੱਭ ਲਿਆ ਤੇ ਮੈਂ ਮਾਲਕ ਦਾ ਅਬੋਲ ਬੋਲ ਬੋਲਦਾ ਹਾਂ। ਠੀਕ। ਤੇ ਅੱਗੇ ਕਹਿੰਦੇ ਨੇ ਹਿਰਦੇ ਹਰ 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 ਤਨ ਉਪਜੇ ਹਰ ਜਪੀਏ ਮਸਤਕ ਭਾਗ ਜਿਉ ਜੀ। ਜਿਹੜੀ ਤੀਜੀ ਲਾਂਭ ਹੈ, ਤੀਜਾ ਗੇੜਾ ਸਾਡਾ ਪ੍ਰਕਰਮਾ ਹੈ, ਉਹਦੇ ਚ ਕੀ ਹੋਏਗਾ? ਇਸ ਅਵਸਥਾ ਵਿੱਚ ਆ ਕੇ ਇੰਨੇ ਤੁਸੀਂ ਸਟੈਪ ਕਰ ਲਓਗੇ, ਵਾਹਿਗੁਰੂ ਹਰੀ ਵਾਹਿਗੁਰੂ ਦਾ ਨਾਮ ਮੇਰੇ ਹਿਰਦੇ ਵਿੱਚ ਘੁੰਮਣ ਲੱਗ ਪੈਂਦਾ, ਗੂੰਜਣ ਲੱਗ ਪੈਂਦਾ। ਮਾਲਕ ਦਾ ਚਿੰਤਨ ਕਰਦਿਆਂ ਮੈਂ ਆਪਣੇ ਮੱਥੇ ਉੱਪਰ ਉਕਰੀ ਹੋਈ ਆਪਣੀ ਤਕਦੀਰ ਨੂੰ ਅਨੁਭਵ ਕਰ ਲਿਆ ਹੈ। ਰਾਈਟ। That's the experience. Okay, ਗੁਰੂ ਜੀ ਕਹਿੰਦੇ ਨੇ ਜਾਂ ਨਾਨਕ ਤੀਜੀ ਬੋਲੇ ਤੀਜੀ ਲਾਵੇਂ ਹਰ ਉਪਜੇ ਮਨ ਬੈਰਾਗ ਜਿਉ। ਮੈਂ ਤੀਜੀ ਲਾਮ ਦੇ ਵਿੱਚ ਇਹੋ ਜਿਹੇ ਜੋ ਵੀ ਸਟੈਪ ਤੇ ਪਹਿਲੇ ਦੋ ਲਏ ਨੇ ਔਰ ਤੀਜੇ ਵਿੱਚ ਸ਼ਾਮਲ ਹੋਇਆ, ਮੇਰੇ ਅੰਦਰ ਵਿਰਾਗ ਤੇ ਤਿਆਗ ਦੀ ਭਾਵਨਾ ਪੈਦਾ ਹੋ ਗਈ ਔਰ ਜਿਹਦੇ ਨਾਲ ਮੈਂ ਸਭ ਕੁਝ ਦੁਨੀਆ ਦਾ ਪ੍ਰਾਪਤ ਕਰਦਾ ਹੋਇਆ ਵੀ ਮੈਂ ਉੱਪਰ ਉੱਠ ਖੜਾ ਹੋਇਆ। ਬਹੁਤ ਖੂਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੀਜੀ ਲਾਂ ਦੇ ਤੇ ਦੂਸਰੀ ਲਾਂ ਨਾਲ ਜੁੜਿਆ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਸ ਸਫ਼ਰ ਵਿੱਚ ਅਸੀਂ ਤੁਹਾਨੂੰ ਸ਼ਾਮਲ ਕੀਤਾ, ਇਹ ਕਨਸੈਪਟ ਜਿਹੜਾ ਅਸੀਂ ਜਦੋਂ ਆਨੰਦ ਕਾਰਜ ਹੁੰਦਾ ਹੈ, ਅਸੀਂ ਗੁਰਦੁਆਰੇ ਵਿੱਚ ਜਾ ਕੇ ਸਰਵਨ ਕਰਦੇ ਹਾਂ ਲਾਵਾਂ ਨੂੰ, ਪਰ ਕਿੰਨਾ ਕੁ ਸਾਨੂੰ ਇਸ ਦੇ ਬਾਰੇ ਪਤਾ ਹੈ। ਸੋ ਇੱਕ ਛੋਟਾ ਜਿਹਾ ਨਿਮਾਣਾ ਜਿਹਾ ਯਤਨ ਹੈਗਾ ਕਿ ਜਿਸ ਵਿੱਚ ਕਿ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਇੱਕ ਘਰ ਵਿੱਚ ਇਹ ਮੈਸੇਜ ਪਹੁੰਚੇ ਕਿ ਆਨੰਦ ਕਾਰਜ ਦੀ ਬਹੁਤ ਮਹੱਤਤਾ ਹੈ। ਇੱਕ ਸਿਰਫ ਰਿਚੁਅਲ ਨਹੀਂ ਹੈ, ਇਸ ਵਿੱਚੋਂ ਗੁਰੂ ਸਾਨੂੰ ਕੁਝ ਮੈਸੇਜ ਦੇ ਰਿਹਾ ਹੈ ਤੇ ਖਾਸ ਤੌਰ 'ਤੇ ਜਿਹੜੇ ਨਵੇਂ ਵਿਆਹੇ ਜਾ ਰਹੀ ਜੋੜੀ ਹੈ ਉਹਨਾਂ ਵਾਸਤੇ ਇਹ ਮੈਸੇਜ ਹੈ ਕਿ ਕਿਵੇਂ ਤੁਸੀਂ ਆਪਣੇ ਅਗਲੇ ਜੀਵਨ ਨੂੰ ਸੁੱਖਾਂ ਨਾਲ ਭਰਨਾ ਹੈ। ਇਸ ਵਾਸਤੇ ਕੋਈ ਵੀ ਤੁਹਾਡੇ ਕੋਲ ਸਵਾਲ ਹੋਵੇ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ, ਕਿਉਂਕਿ ਤੁਹਾਡੇ ਸਵਾਲਾਂ ਨਾਲ ਹੀ ਆਏ ਹੋਏ ਸਾਡੇ ਜਿਹੜੇ ਪਤਵੰਤੇ ਹੁੰਦੇ ਨੇ ਉਹਨਾਂ ਤੱਕ ਅਸੀਂ ਇਹ ਮੈਸੇਜ ਦਿੰਦੇ ਹਾਂ ਤੇ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਕਿਉਂਕਿ ਗੁਰਬਾਣੀ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ, ਜਿਸ ਤਰ੍ਹਾਂ ਹਮੇਸ਼ਾ ਅਸੀਂ ਕਹਿੰਦੇ ਹਾਂ, ਲੇਕਿਨ ਗੁਰਬਾਣੀ ਨੂੰ ਸਿਰਫ ਪੜ੍ਹਨ ਤੱਕ ਹੀ ਸੀਮਤ ਨਾ ਕਰੀਏ, ਗੁਰਬਾਣੀ ਨੂੰ ਸਮਝੀਏ, ਗ੍ਰਹਿਣ ਕਰੀਏ ਤੇ ਉਸ ਦੇ ਉੱਤੇ ਤੁਰਨਾ ਵੀ ਸ਼ੁਰੂ ਕਰੀਏ। ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਲੇਕਿਨ ਬ੍ਰੇਕ ਤੋਂ ਬਾਅਦ ਤਨਾਸ ਟਰੂਥ ਟਾਕ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਜਾਏਗੀ ਇੱਕ ਬਹੁਤ ਹੀ ਇੰਪੋਰਟੈਂਟ ਇਸ਼ੂ ਦੇ ਉੱਤੇ ਕਿ ਅੱਜ ਸਮਾਜ ਵਿੱਚ ਆਲੇ ਦੁਆਲੇ ਸਾਡੇ ਕੀ ਹੋ ਰਿਹਾ ਹੈ। ਜਿਸ ਤਰੀਕੇ ਨਾਲ ਲੋਕ ਅੱਜ ਇਸ ਵੈਸਟਰਨ ਕਲਚਰ ਦੇ ਵਿੱਚ ਫਸ ਜਾਂਦੇ ਨੇ, ਚੌਂਕ ਨਾਲ ਇਹ ਜੋ ਅੱਜ ਧਮਕ ਸਾਡੇ ਸਾਹਮਣੇ ਹੈਗੀ ਹੈ, ਚਮਕ ਦਮਕ ਦੇ ਵਿੱਚ, ਉਸ ਵਿੱਚੋਂ ਜਦੋਂ ਪਤਾ ਲੱਗਦਾ ਕਿ ਆਫਟਰ ਆਲ ਕੌਨਸ਼ੀਅੰਸ ਕੀ ਹੈ ਤੇ ਕਿਸ ਤਰੀਕੇ ਨਾਲ ਕੌਨਸ਼ੀਅੰਸ ਜਦੋਂ ਪ੍ਰਿਕ ਕਰਦੀ ਹੈ ਤਾਂ ਉਸ ਤੋਂ ਬਾਅਦ ਬੰਦਾ ਸਹੀ ਰਸਤੇ 'ਤੇ ਤੁਰਦਾ ਹੈ। ਅੱਜ ਦੇ ਇਸ ਤਨਾਸ ਟਰੂਥ ਟਾਕ ਵਿੱਚ ਅਸੀਂ ਦੇਖਾਂਗੇ। ਵੇਖਦੇ ਰਹੋ ਤਾਂ ਹਰਪ੍ਰੀਤ ਸਿੰਘ ਸ਼ੋ।